Okay, so yes, everyone, we are going to continue with our reading part. In yesterday's class, we have done about skimming process. कल ਦੀ ਕਲਾਸ ਦੇ ਵਿੱਚ ਆਪਾਂ ਕੀਤਾ ਸੀ that how we can skim ਕਿ ਆਪਾਂ skim ਕਿਵੇਂ ਕਰਨਾ ਹੈਗਾ ਪੈਸੇਜ ਨੂੰ ਐਂਡ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਨਾ ਹੈਗਾ that what is a scanning process ਕੀ ਹੈਗੀ ਆ skimming and scanning are two most important parts of IELTS reading अगर ਆਪਾਂ IELTS reading ਦੀ ਗੱਲ ਕਰਦੇ ਹੈਗੇ ਆ then IELTS reading is entirely based on skimming and scanning part. If you learned these two techniques, the skimming and scanning, then the reading will be much easier to you. You can easily save your time. ਤਾਂ ਤੁਸੀਂ ਆਪਣਾ ਬਹੁਤ time ਹੈਗਾ ਜੋ save ਕਰ ਸਕਦੇ ਹੋ skimming ਦੇ ਵਿੱਚ ਕੱਲ ਆਪਾਂ ਕੀਤਾ ਸੀਗਾ that what is skimming in skimming we have read the main words just to get main idea ਆਪਾਂ hurriedly read ਕੀਤਾ ਸੀ to get main idea skimming ਦੇ ਵਿੱਚ ਆਪਾਂ main idea ਲੈਣਾ ਹੁੰਦਾ ਹੈਗਾ ਆਪਾਂ 100 word speed ਰੱਖੀ ਸੀਗੀ ਇਹਦੇ ਲਈ 100 words ਦੀ speed ਹੋਣੀ ਚਾਹੀਦੀ ਹੈ at least in 20 second ठीक है कि ਆਪਾਂ 20 ਸੈਕਿੰਡ ਦੇ ਵਿੱਚ at least 100 words ਰੀਡ ਕਰਨੇ ਆ ਉਸ ਚੀਜ਼ ਤੇ ਆਪਾਂ ਪ੍ਰੈਕਟਿਸ ਕਰਦੇ ਹੈਗੇ ਆ ਜਿਸ ਨੂੰ ਕੀ ਬੋਲਿਆ ਜਾਂਦਾ ਹੈਗਾ skimming clear so skimming ਦੇ ਵਿੱਚ ਕੀਤਾ we have to practice to cover 100 words to read 100 words in 20 seconds not only reading the most important is understanding ਕਿ ਜੋ ਆਪਾਂ ਇੱਕ ਪੈਰਾਗ੍ਰਾਫ ਅਪਰੋਕਸ ਉਹਦੇ ਵਿੱਚੋਂ 100 ਵਰਡਸ ਰੀਡ ਕੀਤੇ ਕਿ ਉਹਨੂੰ ਆਪਾਂ ਅੰਡਰਸਟੈਂਡ ਕੀਤਾ ਉਸ ਦਾ ਮੇਨ ਸੈਂਟਰਲ ਆਈਡੀਆ ਜੋ ਮੇਨ ਆਈਡੀਆ ਹੈਗਾ ਕਿ ਆਪਾਂ ਨੂੰ ਉਹ ਮਿਲਿਆ that is called skimming ਉਸ ਨੂੰ ਕੀ ਕਿਹਾ ਗਿਆ ਸੀਗਾ skimming ਜੋ ਆਪਾਂ ਅੱਜ ਦੀ ਕਲਾਸ ਦੇ ਵਿੱਚ ਵੀ ਕਰਾਂਗੇ ਕਿ ਜਦ ਆਪਾਂ ਪੈਰਾਗ੍ਰਾਫ ਰੀਡ ਕਰਦੇ ਹਾਂ ਤਾਂ ਸਕਿਮ ਕਰਦੇ ਹਾਂ ਕਿ ਕਿੱਦਾਂ ਸਕਿਮ ਕੀਤਾ ਜਾਂਦਾ ਫॉर ਐਗਜ਼ਾਮਪਲ just check I'm going to mark here ਇੱਥੇ ਇੱਕ ਪੈਰਾਗ੍ਰਾਫ ਹੈਗਾ ਮੈਂ ਇਸ ਪੈਰਾਗ੍ਰਾਫ ਨੂੰ ਰੀਡ ਕਰਦਾ ਹੈ ਨਾ skim करूंगा read in the sense मैं तो कहना कि हाँ पर skim किदा करांगे so मैं start किया archaeologist हैंसलवुड ਨੂੰ मैं mark करता गा ਮੈਨੂੰ पता चले कि किसे यूनिवर्सिटी दिया फिर एक यूनिवर्सिटी आ गई ठीक है किथे हैगी है नॉर्वे excavating site since 1992 time period किहड़ा हैगा 1992 discovery of a mixture rich in osher okay ਤਾਂ ਮੈਂ 3-4 वर्ड पढ़े आ ਤੇ ਮੈਨੂੰ ਕਲੀਅਰ ਹੋ ਗਿਆ ਕਿ ਹਾਂ ਕੁਝ ਯੂਨੀਵਰਸਿਟੀਜ਼ ਦੀ ਗੱਲ ਚੱਲ ਰਹੀ ਹੈ ਟਾਈਮ ਦੀ ਗੱਲ ਚੱਲ ਰਹੀ ਹੈ ਜਿੱਥੇ ਕਿਸ ਚੀਜ਼ ਦੀ ਡਿਸਕਵਰੀ ਹੋਈ ਹੈ ਡਿਸਕਵਰੀ ਆਫ ਅ ਮਿਕਸਚਰ ਰਿਚ ਇਨ ਔਸ਼ਰ ਹੁਣ ਮੈਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿ ਔਸ਼ਰ ਕੀ ਹੈਗਾ ਕੀ ਨਹੀਂ ਹੈਗਾ ਕਲੀਅਰ ਕੋਈ ਚੀਜ਼ ਹੋਏਗੀ ਮੈਂ ਸਿੰਪਲੀ ਮੰਨ ਲਿਆ that ਔਸ਼ਰ is a something ਕਲੀਅਰ then stored into ਉਹਨੂੰ ਸਟੋਰ ਕਿੱਥੇ ਕੀਤਾ ਗਿਆ ਮੈਂ ਸਟੋਰ ਨੂੰ ਅੰਡਰਲਾਈਨ ਕਰ ਲੂੰਗਾ ਗਾਹਾਂ ਐਲਵਨ ਸ਼ੈਲ ਬਾਲਸ ਹੈਗਾ ਜੋ ਅਗਰ ਮੇਰੇ ਕੁਐਸਚਨ ਦੇ ਵਿੱਚ ਹੋਏਗਾ ਕਿ ਉਹਨੂੰ ਸਟੋਰ ਕਿੱਦਾਂ ਕੀਤਾ ਗਿਆ ਤਾਂ ਮੇਰਾ ਐਲਵਨ ਸ਼ੈਲਸ ਆਨਸਰ ਆ ਜਾਏਗਾ ਕਲੀਅਰ ਇਟ ਡੇਟਸ ਬੈਕ ਕਿ ਕਿੰਨੀ ਪੁਰਾਣੀ ਗੱਲ ਆ ਤਾਂ ਇਹ ਸਾਰਾ ਮੈਂ ਜਸਟ ਇੱਕ ਵਾਰ ਦੇਖ ਲੂੰਗਾ ਕਿ ਉਹ ਪੁਰਾਣਾ ਕੁਝ ਦਿੱਤਾ ਰਿਹਾ ਫਿਰ ਇੱਥੇ ਦਿੱਤਾ ਹੋਇਆ ਔਸ਼ਰ ਇਜ਼ ਟਰਮ ਯੂਜ਼ਡ ਟੂ ਔਸ਼ਰ ਨੂੰ ਡਿਸਕ੍ਰਾਈਬ ਕੀਤਾ ਗਿਆ ਫਰਦਰ ਰੈਡ ਜੈਲੋ ਆਕਸਾਈਡਸ ਹਾਈਡਰੋਕਸਾਈਡਸ ਆਫ ਆਇਰਨ फिर ਉਹਦੀ फर्दर यूज ਦਿੱਤੀ ਗਈ ਹੈਗੀ ਆ ਠੀਕ ਹੈ ਬ੍ਰਾਊਨ ਰੈਡ ਇਟ ਯੂਜ਼ਸ ਪੈਨ ਦਾ ਫਿਰ ਉਹਦੀ ਇੱਕ ਯੂਜ਼ ਹੈਗੀ ਆ ਕਲੀਅਰ ਤਾਂ ਮੇਰੇ ਕੋਲ ਇਸ ਪੈਰਾਗ੍ਰਾਫ ਨੂੰ ਜਦ ਮੈਂ ਸਕਿਮ ਕਰਕੇ ਮੈਨੂੰ ਪਤਾ ਚੱਲਿਆ ਕਿ ਹਾਂ ਕੁਝ ਯੂਨੀਵਰਸਿਟੀਜ਼ ਦੀ ਸਰਚ ਹੋਈ ਆ ਕਿਸ ਟਾਈਮ ਪੀਰੀਅਡ ਦੇ ਵਿੱਚ ਹੋਈ ਹੈਗੀ ਔਸ਼ਰ ਨੂੰ ਕੀਤਾ ਗਿਆ ਕਿੱਥੇ ਉਹਨੂੰ ਸਟੋਰ ਕੀਤਾ ਗਿਆ ਤੇ ਉਹ ਕਿੰਨੇ ਇਅਰਸ ਪੁਰਾਣਾ ਹੈਗਾ ਤੇ ਕਿਹੜੀਆਂ ਚੀਜ਼ਾਂ ਲਈ ਉਹਨੂੰ ਯੂਜ਼ ਕੀਤਾ ਜਾਂਦਾ ਕਲੀਅਰ ਇਹ ਹੈਗੀ ਹੈ ਕੈਂਡੀਡੇਟਸ ਆਪਣੀ ਸਕਿਮਿੰਗ ਟੈਕਨੀਕ ਦਿਸ ਇਜ਼ ਆਰ ਸਕਿਮਿੰਗ ਟੈਕਨੀਕ ਦੇ ਵਿੱਚ ਆਪਣਾ ਟਾਈਮ ਸੇਵ ਹੁੰਦਾ ਵੀ ਹੈਵ ਟੂ ਸੇਵ ਆਰ ਟਾਈਮ ਕਲੀਅਰ ਆਫਟਰ ਦਿਸ ਵੀ ਹੈਵ ਟੂ ਸਕੈਨ ਦਾ ਇਨਫੋਰਮੇਸ਼ਨ ਫॉर ਐਗਜ਼ਾਮਪਲ ਤੁਹਾਨੂੰ ਕਿਤੇ ਵਰਡ ਦਿੱਤਾ ਗਿਆ ਸੀਗਾ 100,000 years back ਤਾਂ ਮੈਂ ਇਸ ਪਾਰਟਿਕੂਲਰ ਵਰਡ ਲਈ ਸਕੈਨ ਕਰ ਰਿਹਾ ਹਾਂਗਾ ਪੈਸੇਜ ਨੂੰ ਤੁਹਾਨੂੰ ਕਿਹਾ ਗਿਆ ਕਿ ਉਹ ਕਿੱਥੇ ਸਟੋਰ ਹੋਇਆਗਾ ਤਾਂ ਮੇਰਾ ਸਟੋਰ ਦੇ ਲਈ ਮੈਨੂੰ ਫਾਈਂਡ ਆਊਟ ਕਰ ਰਹੇ ਹਾਂ ਵੀ ਕਿ ਪੂਰੇ ਪੈਸੇਜ ਦੇ ਵਿੱਚੋਂ ਮੈਂ ਇੱਕ ਵਰਡ ਸਕੈਨ ਕਰਨਾ ਉਹ ਕੀ ਹੈਗਾ ਸਟੋਰਡ ਠੀਕ ਹੈ
ਜਿੱਦਾਂ ਆਪਾਂ ਕੰਟਰੋਲ ਪਲੱਸ ਐਫ ਕਰ ਦਿੰਦੇ ਆ ਨਾ, ਫੋਰ ਐਗਜ਼ਾਮਪਲ ਮੈਂ ਕੰਪਿਊਟਰ ਦੇ ਵਿੱਚ ਕੰਟਰੋਲ ਪਲੱਸ ਐਫ ਕਰ ਦੇਵਾਂ, ਕਲੀਅਰ, ਜਦ ਆਪਣੇ ਕੋਲ ਕੋਈ ਡਾਕੂਮੈਂਟ ਹੁੰਦਾ, ਅਗਰ ਆਪਾਂ ਕੰਟਰੋਲ ਪਲੱਸ ਐਫ ਕਰ ਦੇਵਾਂਗੇ ਤਾਂ ਆਪਾਂ ਉਹ ਜਿਹੜਾ ਵਰਡ ਭਰਦੇ ਹੈਗੇ ਆ ਉਹਦੇ ਚ ਉਹ ਹਾਈਲਾਈਟ ਹੋ ਜਾਂਦਾ, ਠੀਕ ਹੈ। ਸੇਮ ਉਹ ਦੈਟ ਇਜ਼ ਅ ਸਕੈਨਿੰਗ ਟੈਕਨੀਕ। ਸੇਮ ਆਪਾਂ ਸਕੈਨਿੰਗ ਕਰਨੀ ਹੁੰਦੀ ਹੈਗੀ ਆ ਰੀਡਿੰਗ ਦੇ ਵਿੱਚ, ਆਪਾਂ ਆਪਣੀ ਕੰਟਰੋਲ ਪਲੱਸ ਐਫ ਵਾਲੇ ਪਾਰਟ ਨਾਲ ਜਾ ਰਹੇ ਹਾਂ ਤਾਂ ਆਪਾਂ ਜਲਦੀ ਜਲਦੀ ਦੇਖ ਰਹੇ ਹਾਂ ਕਿ ਜੋ ਵੀ ਪਾਰਟਿਕੂਲਰ ਵਰਡ ਹੈਗਾ ਆਪਾਂ ਉਹਨੂੰ ਲੱਭਣਾ ਤੇ ਉਹਦੇ ਅਕੋਰਡਿੰਗ ਜਾਵਾਂਗੇ। ਫੋਰ ਐਗਜ਼ਾਮਪਲ ਹੈਂਸਲ ਵਰਡ ਕੁਐਸਚਨ ਦੇ ਵਿੱਚ ਕਿਤੇ ਹੈਗਾ ਸੀ ਹੈਂਸਲ ਵਰਡ ਫਰੋਮ ਦਾ ਯੂਨੀਵਰਸਿਟੀ, ਤਾਂ ਜਿੱਥੇ ਜਿੱਥੇ ਹੈਂਸਲ ਵਰਡ ਹੋਊਗਾ ਮੈਂ ਉਹਨੂੰ ਹਾਈਲਾਈਟ ਕਰੂੰਗਾ। ਸੈਕੰਡ ਪੈਰਾਗ੍ਰਾਫ ਦੇ ਵਿੱਚ ਮੈਨੂੰ ਹੈਂਸਲ ਵਰਡ ਮਿਲਿਆ ਐਂਡ ਲਾਸਟ ਪੈਰਾਗ੍ਰਾਫ ਦੇ ਵਿੱਚ ਵੀ ਮੈਨੂੰ ਮਿਲ ਰਿਹਾ, ਠੀਕ ਹੈ, ਮੈਂ ਜਲਦੀ ਦੇ ਨੇ ਇਹਨੂੰ ਸਕੈਨ ਕਰ ਦਿੱਤਾ। This is called scanning technique. Clear? First one skimming, second one scanning. अगर अपन skimming and scanning आ गई means we are going to save our lot of time. ਆਪਾਂ अपना बहुत time save ਕਰਨ ਵਾਲੇ ਹੈਗੇ। Clear? ਇਸ ਤੋਂ ਬਾਅਦ ਇੱਕ ਹੋਰ students problem face ਕਰਦੇ ਹੈਗੇ, going to discuss that one also. ਸਟੂਡੈਂਟਸ ਦੀ ਪ੍ਰੋਬਲਮ ਹੁੰਦੀ ਹੈ ਜਿੱਦਾਂ ਇਨਸਟਰਕਸ਼ਨਸ ਦੇ ਵਿੱਚ ਦਿੱਤਾ ਹੁੰਦਾ ਨਾ ਵਨ ਵਰਡ, ਕਲੀਅਰ, ਵਨ ਵਰਡ ਦੇ ਨਾਲ ਕਈ ਵਾਰੀ ਔਰ ਜਾਂ ਨਾਲ ਕਈ ਵਾਰ ਐਂਡ ਵੀ ਪਾਇਆ ਜਾਂਦਾ, ਐਂਡ ਅ ਨੰਬਰ, ਵਨ ਵਰਡ ਜਾਂ ਇੱਥੇ ਸਪੋਜ਼ ਕਰ ਲਓ ਟੂ ਵਰਡ ਦਿੱਤਾ, ਕਲੀਅਰ, ਟੂ ਵਰਡ ਔਰ ਐਂਡ ਅ ਨੰਬਰ, ਔਰ ਐਂਡ ਅ ਨੰਬਰ, ਕਲੀਅਰ। ਹੁਣ ਸਟੂਡੈਂਟਸ ਇੱਥੇ ਜੋ ਐਂਡ ਹੈਗਾ ਕਾਫੀ ਇੰਪੋਰਟੈਂਟ ਰੋਲ ਪਲੇ ਕਰੇਗਾ। ਫੋਰ ਐਗਜ਼ਾਮਪਲ ਤੁਹਾਨੂੰ ਆ ਰਿਹਾ ਹੈਗਾ ਤੁਸੀਂ ਲਿਖਣਾ ਬਲੈਕ ਐਂਡ ਵਾਈਟ, ਤੁਹਾਡੇ ਕਿਸੇ ਕੁਐਸਚਨ ਦਾ ਆਨਸਰ ਬਲੈਕ ਐਂਡ ਵਾਈਟ ਆ ਰਿਹਾ, ਤੁਹਾਨੂੰ ਇਨਸਟਰਕਸ਼ਨ ਸੀਗੀਆਂ ਕਿ ਟੂ ਵਰਡਸ, ਕੀ ਬਲੈਕ ਐਂਡ ਵਾਈਟ ਆਪਣਾ ਕਰੈਕਟ ਹੋਏਗਾ? ਯੈਸ ਐਨੀਵਨ? यस जो भी ब्लैक एंड वाइट अपना रॉन्ग हो जाएगा, फिर अपन इंस्ट्रक्शंस दे अगेंस्ट जा रहे हैं, है ना, चाहे ਉਹਦਾ मीनिंग सेम हैगा पर वर्ड्स कितने हो गए? ब्लैक एंड वाइट 3 वर्ड्स हो गए ना, क्लियर। ਇੱਥੇ ਆਪਾਂ ਨੂੰ ਐਜ਼ ਪਰ ਇਨਸਟਰਕਸ਼ਨਸ ਸਿਰਫ ਕੀ ਲਿਖਣਾ ਸੀਗਾ? ਬਲੈਕ ਵਾਈਟ। ਇਟ ਕੁਡ ਬੀ ਇਨ ਐਨੀ ਆਰਡਰ, ਕਿਸੇ ਵੀ ਆਰਡਰ ਚ ਹੋ ਸਕਦਾ ਸੀ, ਪਰ ਬਲੈਕ ਐਂਡ ਵਾਈਟ 2 ਵਰਡ ਹੀ ਹੋਣੇ ਚਾਹੀਦੇ ਸੀ, ਕਲੀਅਰ, ਓਕੇ। ਹੁਣ ਕਿਸੇ ਕੁਐਸਚਨ ਦਾ ਆਨਸਰ ਆ ਰਿਹਾ ਹੈਗਾ 25 years ago, 25 years ago ਕਿਸੇ ਕੁਐਸਚਨ ਦਾ ਆਪਾਂ ਨੂੰ ਆਨਸਰ ਆ ਰਿਹਾ ਹੈਗਾ, ਉੱਪਰ ਇਨਸਟਰਕਸ਼ਨਸ ਦੇ ਵਿੱਚ ਲਿਖਿਆ ਸੀ ਟੂ ਵਰਡ ਔਰ ਐਂਡ ਅ ਨੰਬਰ, ਕਲੀਅਰ, ਆਪਾਂ ਨੂੰ ਇਹ ਐਜ਼ ਇਟ ਇਜ਼ ਲਿਖਿਆ ਹੁੰਦਾ ਔਰ ਐਂਡ ਅ ਨੰਬਰ, ਤਾਂ ਉੱਥੇ 25 year ago ਠੀਕ ਹੈਗਾ ਜਾਂ ਨਹੀਂ? ਯੈਸ ਜੀ ਵੀ, ਇੱਥੇ ਕੀ ਹੋਏਗਾ? now this is right this is right, है ना, क्योंकि अपन ਨੂੰ टू वर्ड सी years ago, टू वर्ड हो गए and clear ਅਤੇ ਇੱਕ ਨੰਬਰ ਹੋ ਸਕਦਾ, that is 25 year, clear। ਅਗਰ ਇੱਥੇ and ਨਾ ਹੁੰਦਾ, ਸਿਰਫ ਔਰ ਪਾਇਆ ਹੁੰਦਾ ਤਾਂ ਆਪਾਂ 25 ਨਹੀਂ ਸੀ ਪਾ ਸਕਦੇ, ਹੈ ਨਾ, ਤਾਂ ਉਹ ਸਿਰਫ ਸਟ੍ਰਿਕਟਲੀ ਆਪਾਂ ਨੂੰ ਟੂ ਵਰਡਸ ਦੇ ਵਿੱਚ ਹੀ ਹੋਣਾ ਚਾਹੀਦਾ ਸੀਗਾ, ਕਲੀਅਰ। 25 years ਹੋ ਸਕਦਾ ਸੀ, ਮੀਨਸ ਇੱਕ ਵਰਡ ਇੱਕ ਨੰਬਰ ਇਹ ਹੋ ਸਕਦਾ ਸੀਗਾ, ਅਗਰ ਔਰ ਪਾਇਆ, ਅਗਰ ਐਂਡ ਪਾਇਆ ਹੈਗਾ, ਕਲੀਅਰ, ਨਾਲ, ਠੀਕ ਹੈ, ਟੂ ਵਰਡਸ ਔਰ ਐਂਡ ਅ ਨੰਬਰ, ਕਿ ਜਾਂ ਅਤੇ ਇੱਕ ਨੰਬਰ ਵੀ ਨਾਲ ਹੋ ਸਕਦਾ, ਤਾਂ ਇਹ 25 year ਵਾਲਾ ਕਰੈਕਟ ਹੋਏਗਾ, ਕਲੀਅਰ। ਸੋ ਸਟੂਡੈਂਟਸ ਅੱਜ ਦੀ ਆਪਣੀ ਜੋ ਐਕਸਰਸਾਈਜ਼ ਹੈਗੀ ਹੈ, ਜੋ ਆਪਾਂ ਇਹ ਪਾਰਟ ਕਰਨ ਵਾਲੇ ਹੈਗੇ ਅੱਜ ਦੀ ਕਲਾਸ ਦੇ ਵਿੱਚ, ਉਹ ਇਹੀ ਵਾਲੇ ਕਨਸੈਪਟ ਕਵਰ ਕਰੇਗਾ। ਕੀ ਆਪਾਂ ਕਵਰ ਕਰਨਾ? ਸਕਿਮਿੰਗ, ਸਕੈਨਿੰਗ ਐਂਡ ਇਨਸਟਰਕਸ਼ਨਸ, ਜੋ ਆਪਾਂ ਨੂੰ ਕੁਐਸਚਨ ਦੇ ਵਿੱਚ ਦਿੱਤੀਆਂ ਹੁੰਦੀਆਂ, that no more than 2 words, no more than 1 word, ਉਹਦੇ ਲਈ ਹੋਏਗਾ, clear। so here it's a passage in front of you, ਠੀਕ ਹੈ, ਪੈਸੇਜ ਦਾ ਕੁਝ ਪੋਰਸ਼ਨ ਲੈਤਾ ਗਿਆ ਹੈਗਾ, ਇਹਦੇ ਰਿਲੇਟਡ ਹੀ ਆਪਾਂ ਕੁਐਸਚਨਸ ਫਾਈਂਡ ਆਊਟ ਕਰਨੇ ਹੈਗੇ ਆ। ਸੋ ਗੋਇੰਗ ਟੂ ਸ਼ੋ ਯੂ, you have to apply your skimming scanning technique and instructions for question are, question ਦੇ ਲਈ ਮੈਂ instructions read ਕਰ ਰਿਹਾ, no more than 2 words and or a number,
ਕਲੀਅਰ, ਐਂਡ ਅਤੇ ਔਰ ਦੋਨੋਂ ਪਾਏ ਗਿਆ ਕਿ ਆਪਾਂ ਟੂ ਵਰਡਸ ਦੇ ਨਾਲ ਨੰਬਰ ਵੀ ਪਾ ਸਕਦੇ ਹੈਗੇ ਆ, ਇੱਕ ਐਡੀਸ਼ਨਲ ਨੰਬਰ ਹੋ ਸਕਦਾ। ਹੁਣ ਇਸ ਦੇ ਵਿੱਚ ਜਦ ਆਪਾਂ ਨੂੰ ਕੁਐਸਚਨਸ ਆਉਂਦੇ ਹੈਗੇ, ਆਪਣਾ ਪਾਰਟ ਸਟਾਰਟ ਹੁੰਦਾ ਤਾਂ ਆਪਣੇ ਲਈ ਟਾਸਕ ਜ਼ਰੂਰੀ ਹੋ ਜਾਂਦੀ ਹੈ ਕਿ ਆਪਾਂ ਜਲਦੀ ਤੋਂ ਜਲਦੀ ਕਿੱਦਾਂ ਫਾਈਂਡ ਆਊਟ ਕਰ ਪਾਈਏ। ਠੀਕ ਹੈ, ਤਾਂ ਇਸ ਨੂੰ ਫਾਈਂਡ ਆਊਟ ਕਰਨ ਦੇ ਦੋ ਮੈਥਡਸ ਹੁੰਦੇ ਹੈਗੇ ਆ। ਫਰਸਟ ਮੈਥਡ ਕਿ ਆਪਾਂ ਕੀਵਰਡਸ ਮੈਚ ਕਰਦੇ ਆ। ਫਰਸਟ ਮੈਥਡ ਕਿਹੜਾ ਹੈਗਾ ਕਿ ਆਪਾਂ ਕੀਵਰਡਸ ਮੈਚ ਕਰਦੇ ਆ। ਠੀਕ ਹੈ, ਸੈਕੰਡ ਮੈਥਡ ਹੁੰਦਾ ਹੈਗਾ ਜਿਹਦੇ ਵਿੱਚ ਆਪਾਂ ਕਰਨਾ ਹੋਏਗਾ that what is the requirement of the question। ਮੈਂ ਪਹਿਲਾਂ ਇਹ ਵਾਲਾ ਪਾਰਟ ਕਰਦਾ ਤੁਹਾਡੇ ਨਾਲ। ਠੀਕ ਹੈ, ਆਪਾਂ ਨੂੰ ਕੀ ਫਾਈਂਡ ਕਰਨਾ ਹੋ, the oldest, already highlight ਆਪਾਂ ਕੀਤਾ, the oldest, which of the artifact mentioned are the oldest। artifacts ਆਪਾਂ ਨੂੰ ਡਾਇਰੈਕਟ ਲੋਕੇਸ਼ਨ ਮਿਲੇਗੀ। ਠੀਕ ਹੈ, ਐਂਡ ਕੁਐਸਚਨ ਦੀ ਰਿਕੁਆਇਰਮੈਂਟ ਹੈਗੀ ਹੈ which of the artifacts mentioned are the oldest, ਕਿ ਕਿਹੜੇ ਆਰਟੀਫੈਕਟਸ ਸਭ ਤੋਂ oldest ਹੈਗੇ ਆ। question 1। question second, when was the material Hansel wood। ठीक है, अपने को वर्ड की हो गया जिन्हों ਆਪਾਂ ਸਕੈਨ ਕਰਨਾ ਹੋਏਗਾ, ਉਹ ਵਰਡ ਹੈਗਾ Hansel wood। found originally made। ठीक है, कि ओरिजिनली जो ਬਣਿਆ ਸੀਗਾ ਉਹ ਕਦੋਂ ਮਿਲਿਆ, ਕੁਐਸਚਨ ਦੀ ਰਿਕੁਆਇਰਮੈਂਟ ਸੀ ਕਦੋਂ ਮਿਲਿਆ Hansel wood ਮਟੀਰੀਅਲ। ਫਰਸਟ ਦੇ ਵਿੱਚ ਸਕੈਨਿੰਗ ਵਰਡ ਕੀ ਸੀਗਾ, ਆਰਟੀਫੈਕਟ। ਕੁਐਸਚਨ ਰਿਕੁਆਇਰਮੈਂਟ ਸੀਗੀ which of the mentioned are the oldest। ठीक, तो आप पहला ये दोनों क्वेश्चंस कवर करांगे स्टूडेंट, गिविंग यू टाइम, you have to find the answer। okay, just go through it and tell me the answer। इस पैसेज दे विचों तुसी दसो किहड़ा आंसर होएगा। मैं स्कैन दे विच थोड़ी हेल्प कर दिंदा हैगा। so we have to scan the word Hansel wood and artifacts। okay, मैं Hansel woods मैनू जल्दी मिल गया सब तो, मैं हाईलाइट कर दिता। ਸੈਕੰਡਲੀ ਹੈਂਸਲ ਵੁੱਡ ਮੈਨੂੰ ਮਿਲਿਆ ਸੀਗਾ ਇਸ ਪਾਰਟ ਦੇ ਵਿੱਚ। ਦੈਨ ਵਰਡ ਆ ਰਿਹਾ ਸੀਗਾ ਆਰਟੀਫੈਕਟਸ। ਹਾਂਜੀ ਕੇਵਲ ਮੈਂ ਇਸ ਨੂੰ ਹਾਈਲਾਈਟ ਕਰ ਦਿੰਦਾ, ਇੱਕ ਵਾਰ ਇਰੇਜ਼ ਕਰਨਾ ਕੇਵਲ, ਮੈਂ ਸਿੰਗਲ ਲਾਈਨ ਨਾਲ ਹਾਈਲਾਈਟ ਕਰ ਦਿੰਦਾ ਹੈਗਾ। ਹਾਂਜੀ, ਸੋ ਆਰਟੀਫੈਕਟਸ ਇਹ ਹੋ ਗਿਆ ਕਲੀਅਰ। ਇਸ ਤੋਂ ਇਲਾਵਾ ਆਰਟੀਫੈਕਟਸ ਆਪਾਂ ਨੂੰ ਕਿਤੇ ਹੋਰ ਮਿਲਦਾ ਹੈਗਾ ਨਹੀਂ। ਓਕੇ, ਹੁਣ ਕੁਐਸਚਨ ਦੀ ਰਿਕੁਆਇਰਮੈਂਟ ਕੀ ਸੀਗੀ, which of the, ਮੈਂ ਕੁਐਸਚਨ ਵੀ ਨਾਲ ਹੀ ਲਿਖ ਦਿੰਦਾ ਤਾਂ ਤੁਸੀਂ ਮੈਨੂੰ ਆਨਸਰ ਦੱਸਣਾ ਹੈਗਾ। ਠੀਕ ਹੈ, ਕੁਐਸਚਨ ਸੀਗਾ which of the artifacts are oldest। please give me the answer, location is in front of you। ਸੋ ਮੈਨੂੰ ਹਾਈਲਾਈਟ ਕੀਤਾ ਸੀਗਾ ਵਰਡ, ਸਕੈਨ ਕੀਤਾ, ਆਰਟੀਫੈਕਟਸ ਮੈਨੂੰ ਫਸਟ ਪੈਰਾਗ੍ਰਾਫ ਦੇ ਵਿੱਚ ਹੀ ਮਿਲ ਗਿਆ ਸੀਗਾ। ਠੀਕ ਹੈ, ਇੱਥੇ ਲਿਖਿਆ it is known for 75,000 years old rich deposits of artifacts such as beads, bones, tools and osher engravings। some engravings date back as far as 100,000 years। now give me the answer। केवल तुसी 75,000 फाइनल हैगा। yes स्टूडेंट, अनम्यूट करके अपना अपना आंसर जल्दी जल्दी दसो मैनू और सेंड मी इन अ चैट बॉक्स कि ਤੁਹਾਡਾ आंसर की हैगा। 75,000। 75,000। okay, I got one answer। still I am not telling that is it right or wrong, I'm not going to tell it yet। Which of the artifacts are, sir, beads, bones, tools and all? yes, these are। question is which of the artifacts are oldest। everything lies in the question। ਹੁਣ commonly students ਦੀ problem ਹੁੰਦੀ ਹੈ ਕਿ ਸਾਨੂੰ ਲੋਕੇਸ਼ਨ ਮਿਲ ਗਈ, ਸਾਡਾ ਆਨਸਰ wrong ਹੋ ਗਿਆ। ਆਨਸਰ wrong ਹੋਣ ਦਾ ਕਾਰਨ ਹੁੰਦਾ ਇੱਕ ਕਿ ਆਪਾਂ ਕੁਐਸਚਨ ਨਹੀਂ ਪ੍ਰੋਪਰ ਸਮਝ ਪਾ ਰਹੇ। ਓਕੇ, ਕਮਲ, ਪੁਨੀਤ, ਰਵਨੀਤ, any one of you, ਤੁਹਾਡਾ ਆਨਸਰ ਕੀ ਹੈਗਾ। Aditya, okay, getting in chat। Ravneet, your answer is correct, 101%। anyone else? 100,000 years। Which
टाइम नहीं पूछया। अगर वैन हुंदा ना जुवी, तां अगर वैन लिखिया हुंदा तां आपां जाना सीगा 100,000 ईयर्स ਜਾਂ 75,000 ईयर्स ਲਈ सोचना सी। फिर आपां किहदे ਲਈ सोचदे 75,000 ईयर्स ਦੇ ਲਈ एंड 100,000 ईयर्स ਦੇ ਲਈ अगर वैन विच पूछया हुंदा। हुण उन्हां ने पूछया विच ऑफ द आर्टिफैक्ट्स आर ओल्डेस्ट, कि किहड़े आर्टिफैक्ट्स हैगे आ जे ओल्डेस्ट ने। हुण आपां नूं इत्थे क्लीयरली लिखिया होया आर्टिफैक्ट्स सच एज बीड्स, बोन टूल्स एंड ऑशर इनग्रेविंग्स, ये लिख दिता कि ये आर्टिफैक्ट्स ने। बट क्वेश्चन दे विच पूछा गया कि किहड़े वाला सब तो ओल्डेस्ट आ, एंड इंस्ट्रक्शंस दे विच लिखिया होया हैगा नो मोर देन 2 वर्ड्स और अ नंबर एंड अ नंबर। क्लियर, दो या दो वर्ड्स तो आपां ज्यादा नहीं लिख सकते, दो लिख सकते हैं, दो तो ज्यादा नहीं। इसका आंसर आपां नूं मिल रहा ओल्डेस्ट लिखिया ना, चेक हियर विच ऑफ द आर ओल्डेस्ट। ठीक है, हुण आ वालियां लाइन्स दे विच उन्हां ने आर्टिफैक्ट्स मेंशन कर दिते कि केड़े-केड़े आ, बीड्स, बोन्स, टूल्स। इत्थे दस्सिया सी कि 75 ईयर्स ओल्ड रिच डिपॉजिट्स दे विच मिले आगे, पर सम इनग्रेविंग्स डेट as far as 100,000 ईयर्स। तो 75,000 ईयर्स तो भी पिछे दे हो गए ना, कि कुछ इनग्रेविंग्स ने गियां। इनग्रेविंग्स नूं उन्हां ने कादे विच मेंशन कीता होया है, इनग्रेविंग्स आर ऑलरेडी मेंशनड इन द आर्टिफैक्ट्स। सो our first question answer will be, अपना जो फर्स्ट क्वेश्चन सीगा उसका आंसर आ रहा हैगा engravings। की आंसर आएगा इसका? Yes, its answer is engravings. So clear, its answer is engravings, क्योंकि उन्होंने पूछा सी oldest one केड़ियां हैगियां, which are the oldest। क्लियर, आर्टिफैक्ट्स सीगा अपना स्कैनिंग वर्ड, क्वेश्चन दी रिक्वायरमेंट सी विच आर्टिफैक्ट्स आर द ओल्डेस्ट, ਉਹਦੇ ਅਕੋਰਡਿੰਗ ਆਪਾਂ ਨੂੰ ਲੋਕੇਸ਼ਨ ਮਿਲ ਗਈ ਸੀ ਐਂਡ ਆਪਾਂ ਕੁਐਸਚਨ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਆਨਸਰ ਲੈ ਲਿਆ। ਦੈਨ ਸਿਮਿਲਰਲੀ ਕੁਐਸਚਨ ਨੰਬਰ 2, ਸਕੈਨਿੰਗ ਵਰਡ ਹੈਗਾ ਹੈਂਸਲਵੁੱਡ। ਇੱਥੇ ਪੁੱਛਿਆ ਗਿਆ when was the material हैंसलवुड found originally made, ਕਿ ਕਦੋਂ ਬਣਿਆ ਸੀਗਾ जी। जस्ट गिव मी द आंसर हरिडली, है ना, ਆਪਾਂ ਇਹਨੂੰ ਕਰ ਚੁੱਕੇ ਹਾਂਗੇ। हैंसलवुड ਦੀ ਮੈਂ ਲੋਕੇਸ਼ਨ ਹਾਈਲਾਈਟ ਕਰ ਦਿੰਦਾ, ਹੇਅਰ हैंसलवुड ਆਪਾਂ ਨੂੰ ਮਿਲ ਰਿਹਾ ਹੈਗਾ। ਕਲੀਅਰ, ਕੁਐਸਚਨ ਦੀ ਰਿਕੁਆਇਰਮੈਂਟ ਸੀਗੀ that when ਨਾਲ ਸੀ ਨਾ ਕਿ ਕਦੋਂ। मैं दोबारा क्वेश्चन एक बार शो कर रहा, when the material हैंसलवुड found originally made, कदों मिलिया सीगा। ठीक है, check these 3 lines, you will get the final answer। In these 3 lines you will get the answers up to here। देखो फर्स्ट लाइन तो आप स्कैन कर दी थी, हैंसलवुड वर्ड मिल गया अपन को। फर्दर नॉर्वे हैज बीन एक्सकवेटिंग एट द साइट सिंस 1992, कि 1992 तो काम चल रहा सी, एंड हैज रिपोर्टेड द डिस्कवरी ऑफ अ मिक्सचर, उथे कोई मिक्सचर मिले जिन्हों कहा गया है रिच इन ऑशर, ओके, stored into Alvon shells, it date backs to the middle stone age 100,000 year ago। ता आंसर ਹੁਣ ਮੋਸਟਲੀ ਸਟੂਡੈਂਟਸ ਇੱਥੇ ਜੋ ਕਨਫਿਊਜ਼ ਹੁੰਦੇ ਆਗੇ ਕਿ ਇਹਦੇ ਵਿੱਚ ਆਪਣੇ ਕੋਲੇ ਦੋ ਹੀ ਟਾਈਮ ਪੀਰੀਅਡਸ ਆ ਰਹੇ ਆ, when ਕਦੋਂ। ਠੀਕ ਹੈ, ਇਹ ਪੁੱਛਿਆ ਗਿਆਗਾ ਤਾਂ ਆਪਣੇ ਕੋਲੇ 1992 ਆਨਸਰ ਹੋ ਸਕਦਾ ਜਾਂ 100,000 ਇਅਰਸ ਅਗੋ ਹੋ ਸਕਦਾ। ਕਲੀਅਰ, ਹੁਣ आंसर दे अकॉर्डिंग, क्योंकि उन्होंने पूछा इट डेट्स बैक, ठीक है, जो ओरिजिनली मिले सी किथों डेट्स बैक, बट क्वेश्चन दिया इंस्ट्रक्शन सीगियां नो मोर देन 2 वर्ड्स और एंड अ नंबर। ता 100,000 ईयर्स अगो अपना आंसर हो सकता या नहीं, जस्ट टेल मी द स्टूडेंट्स, यस और नो। yes definitely, clear,
क्योंकि दो वर्ड्स आ रहे हैं एंड अ नंबर 100,000 की हो गया एक नंबर हो गया अ नंबर ईयर्स अगो इथे जो ये दो वर्ड हो गए क्लियर सो यस इट कुड बी करेक्ट आंसर ठीक है ये अपना आंसर हो सकता क्वेश्चन दी रिक्वायरमेंट भी यही सीगी कि केड़ा ओरिजिनली कितना पुराना हैगा व्हेन दैट इज 100,000 years ago second answer now going to show you third question and you have to find the answer third question show कर रहे हैं तुसी आंसर फाइंड करना but two common materials did ancient human use to obtain their osher कि वो अपने oshers दे ਲਈ ਕਿਹੜੇ ਦੋ ਮਟੀਰੀਅਲ ਯੂਜ਼ ਕਰਦੇ ਸੀਗੇ ਤਾਂ ਆਪਣੇ ਲਈ ਹਾਈਲਾਈਟਿੰਗ ਸਕੈਨਿੰਗ ਵਰਡ ਕੀ ਹੈਗਾ ਔਸ਼ਰ ਐਂਡ ਕਿਹੜੇ ਦੋ ਮਟੀਰੀਅਲ ਯੂਜ਼ ਕੀਤੇ ਗਿਆ ਵੀ ਹੈਵ ਟੂ ਆਇਡੈਂਟੀਫਾਈ ਸੋ ਆਈ ਐਮ ਸਕੈਨਿੰਗ ਫॉर ਵਰਡ ਔਸ਼ਰ ਹਾਂਜੀ ਔਸ਼ਰ ਮਿਲ ਗਿਆ ਤੁਹਾਨੂੰ ਕਾਫੀ ਜਗ੍ਹਾ ਪਰ ਰੀਡ ਕਰ ਚੁੱਕੇ ਹੈਗੇ ਆ ਸੋ ਟੂ obtain ਔਸ਼ਰ ਇਜ਼ ਅ ਟਰਮ used to describe a piece of earth or rock containing हाँ जी ये लाइन्स दे विचों अपन आंसर मिलेगा किते what two common materials बड़े common से material ने जो ancient humans use करते सी औशर दे विच yes की आएगा तो हाँ जी इसका जो आंसर हैगा वो आएगा अर्थ रॉक क्लियर ये दो वर्ड्स है जो बहुत कॉमन अपन शो किते इथे अर्थ और रॉक ठीक है जेडे ऑशर्स दे विच मिलदे आ जां जेडे ऑशर्स नु डिस्क्राइब करदे आ जिन्हां तो मेनली बने हुंदे आ बट अपने कोल ऑप्शन सी नॉट मोर देन टू वर्ड्स तो आपां अर्थ और रॉक नहीं लिख सकते सिंपली आपां लिखांगे अर्थ कॉमा रॉक स्पेस पाके क्लियर रॉक कॉमा अर्थ इदा भी आप लिख सकते हैं बट लिखांगे सिर्फ वर्ड्स क्लियर सो दिस इज बेस्ड ऑन अ स्कैनिंग टेक्निक दे बेस्ड हैगा ओके सो ऑलमोस्ट आप हाफ पैसेज हैगा जो पढ़ लिया हियर वन मोर क्वेश्चन इज देयर आपने को एक क्वेश्चन अपन इथे होर मिल रहा हैगा चेक दिस ओनली ऊपर ही क्वेश्चन हैगा दिस वन just I'm going to highlight it हाँ जी ए वाला क्वेश्चन सॉरी मार्क थोड़ा गलत हो गया क्वेश्चन है skim the given passage ठीक है and what is the main topic ਆਪਾਂ ਨੂੰ ਤਿੰਨ ਆਪਸ਼ਨਸ ਦਿੱਤੀਆਂ ਤਿੰਨੋਂ ਆਪਸ਼ਨਸ ਦੇ ਵਿੱਚੋਂ ਆਪਣੇ ਲਈ ਮੇਨ ਟੌਪਿਕ ਕੀ ਆਇਆ ਹੁਣ ਤੱਕ ਕੁਝ ਆਈਡੀਆ ਹੋਇਆ ਆਪਾਂ ਨੂੰ that what is the main topic a wale question de vichon new discovery of chemistry discovery of ancient object ja how international scientific teams work discovery of ancient objects discovery of ancient objects no doubt अपन starting de vich chemistry milya si but pure throughout kite bhi chemistry de related kuch nahi si aa reha ta par new discoveries in chemistry eliminate kar ditta how international scientific teams work scientific team works ਦੀ ਕੋਈ ਡਿਟੇਲਡ ਐਕਸਪਲੇਨੇਸ਼ਨ ਨਹੀਂ ਹੈਗੀ ਬਟ ਆਪਾਂ ਹੁਣ ਤੱਕ ਜਿੰਨਾ ਵੀ ਕੀਤਾ ਉਹਦੇ ਵਿੱਚ ਕਿਸ ਦੇ ਰਿਲੇਟਡ ਚੱਲ ਰਿਹਾ ਕਿ ਹਾਂ ਕੁਝ ਆਰਟੀਫੈਕਟਸ ਜੋ 75,000 ਈਅਰ ਜਾਂ 100,000 ਈਅਰਸ ਬੈਕ ਮਿਲੇ ਸੀ ਉਹਨਾਂ ਤੇ ਗੱਲ ਚੱਲ ਰਹੀ ਆ second para भी completely उसे ते based रहेगा so our exact option is yes so from here we are getting surety that the discovery of ancient objects is the correct answer clear so in this way only we will complete the rest of the questions okay so मैं वाली वीडियो YouTube ਤੇ ਵੀ ਅਪਡੇਟ ਕਰ ਦਵਾਂਗਾ ਪੂਰੀ ਤੁਸੀਂ मैं क्लास ਦੇ ਵਿੱਚ ਹੁਣ ਤੁਹਾਨੂੰ ਸ਼ੋ ਕਰ ਦਿੰਦਾ ਹੈਗਾ